ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ। ਪਹਿਲੀ ਗੱਲ ਤੇ ਭਾਈ ਗੁਰਦਾਸ ਸਾਹਿਬ ਨੇ ਇਹਨਾਂ ਦੇ ਨਾਲ ਦੋ ਵਿਸ਼ੇਸ਼ਣ ਬੋਲੇ ਨੇ। ਨਾਮ ਉਹਨਾਂ ਦਾ ਭਾਈ ਜੋਧ ਹੈ, ਪਰ ਇੱਕ ਹੈ ਕਿ ਉਹ ਰਸੋਈਏ ਨੇ, ਇਹਦਾ ਮਤਲਬ ਹੈ ਕਿ ਲੰਗਰ ਦੀ ਸੇਵਾ ਕਰਦੇ ਨੇ। ਤੇ ਦੂਜਾ ਉਹਨਾਂ ਦਾ ਸੁਭਾਅ ਬੋਲਿਆ ਹੈ ਵੀ ਸੁਭਾਅ ਦੇਵਤੇ ਵਰਗਾ ਹੈ। ਲੰਗਰ ਬਣਾਉਣ ਦੇ ਬਾਰੇ ਇੱਕ ਸੁਭਾਅ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਾਤਾ ਖੀਵੀ ਜੀ ਦਾ ਬੋਲਿਆ ਗਿਆ ਹੈ, ਤੇ ਉਹਨਾਂ ਦੇ ਨਾਲ ਹੀ ਮਿਲ ਕੇ ਭਾਈ ਜੋਧ ਜੀ ਸੇਵਾ ਕਰਦੇ ਸੀ। ਬਾਬਾ ਬਲਵੰਡ ਜੀ ਇਹਨੂੰ ਇੱਦਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਲੰਗਰ ਜਿਹੜਾ ਹੈ ਉਹਦੇ ਵਿੱਚ ਇੱਦਾਂ ਦਾ ਹਿਸਾਬ ਹੈ ਵੀ ਘਿਓ ਵਾਲੀ ਖੀਰ ਵਰਤਾਈ ਜਾ ਰਹੀ ਹੈ। ਤੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਜਿੱਥੇ ਘਿਓ ਵਾਲੀ ਖੀਰ ਵਰਤਾਈ ਜਾ ਰਹੀ ਹੈ ਉੱਥੇ ਬਾਕੀ ਲੰਗਰ ਦਾ ਕੀ ਹਾਲ ਹੋਵੇਗਾ। ਉਦੋਂ ਲੰਗਰ ਦਾ ਸਟੈਂਡਰਡ ਕੀ ਹੈ ਸਾਡਾ। ਜੇ ਮਹਾਰਾਜ ਨੇ ਪਹਿਲਵਾਨ ਮੱਲ ਅਖਾੜੇ ਕਾਇਮ ਕੀਤੇ ਨੇ ਵੀ ਪਹਿਲਵਾਨ ਕੁਸ਼ਤੀ ਕਰਨ ਤੋਂ ਉਹਨਾਂ ਦੀ ਡਾਈਟ ਦਾ ਵੀ ਮਹਾਰਾਜ ਨੇ ਬੜਾ ਧਿਆਨ ਰੱਖਿਆ ਹੈ। ਇਹ ਇੱਕ ਪਾਸਾ ਹੈ ਸਾਡੇ ਲੰਗਰ ਦਾ ਵੀ ਕਿਵੇਂ ਦਾ ਹੋਣਾ ਚਾਹੀਦਾ। ਜਿੱਥੇ ਲੰਗਰ ਏਡੀ ਕਮਾਲ ਦੀ ਕੁਆਲਿਟੀ ਦਾ ਹੈ ਉੱਥੇ ਵਰਤਾਉਣ ਵਾਲੇ ਕਿੱਦਾਂ ਦੇ ਨੇ। ਬਾਬਾ ਬਲਵੰਡ ਜੀ ਕਹਿੰਦੇ ਨੇ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ। ਕਹਿੰਦੇ ਕਿਤੇ ਸੰਘਣੇ ਦਰਖਤ ਦੇ ਹੇਠਾਂ ਚਲੇ ਜਾਈਏ ਨਾ, ਜਿਹਦੇ ਕਿਤੇ ਸੂਰਜ ਪੈ ਰਿਹਾ ਹੋਵੇ ਤੇ ਉਹਦੇ ਵਿੱਚੋਂ ਦੀ ਸੂਰਜ ਕ੍ਰੋਸ ਹੋ ਕੇ ਤੇ ਨਜ਼ਰ ਨਾ ਆਉਂਦਾ ਹੋਵੇ, ਇੰਨੇ ਸੰਘਣੇ ਜਿਹੜੇ ਨੇ ਉਹ ਪੱਤੇ ਹੋਣ, ਤੇ ਉਹਦੇ ਥੱਲੇ ਜਦੋਂ ਬੰਦਾ ਜਾਂਦਾ ਤੇ ਬੰਦੇ ਨੂੰ ਆਰਾਮ ਆ ਜਾਂਦਾ। ਮਾਤਾ ਖੀਵੀ ਜਿਹੜੇ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਤਨੀ ਨੇ, ਉਹਨਾਂ ਦੀ ਨੇਚਰ ਇੱਦਾਂ ਦੀ ਹੈ ਵੀ ਜਿੱਦਾਂ ਇੱਕ ਸੰਘਣੇ ਪੱਤਿਆਂ ਵਾਲੇ ਦਰਖਤ ਦੇ ਹੇਠਾਂ ਕੋਈ ਜਾ ਕੇ ਬੈਠ ਜਾਂਦਾ ਨਾ, ਸਿੱਖ ਮਾਤਾ ਖੀਵੀ ਜੀ ਦੇ ਕੋਲ ਜਾ ਕੇ ਇੱਦਾਂ ਬੈਠ ਜਾਂਦੇ ਨੇ ਤੇ ਮਾਤਾ ਖੀਵੀ ਇੱਦਾਂ ਪੁੱਤਰਾਂ ਦੇ ਵਾਂਗੂ ਪਿਆਰ ਕਰਦੀ ਹੈ। ਲੰਗਰ ਦੀ ਡਾਈਟ ਤੇ ਹੈ ਕਮਾਲ ਦੀ ਹੈ, ਪਰ ਵਰਤਾਉਣ ਵਾਲਾ ਜਿਹੜਾ ਮਾਤਾ ਖੀਵੀ ਦਾ ਸੁਭਾਅ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਬੋਲਿਆ ਗਿਆ। ਇਹਦਾ ਮਤਲਬ ਇਹ ਵੀ ਹੈ, ਮੈਂ ਅਕਸਰ ਇਸ ਗੱਲ ਨੂੰ ਕਹਿਣਾ ਹੁੰਦਾ ਵੀ ਇਹ ਚੀਜ਼ਾਂ ਤਾਂ ਸਾਡੇ ਸਿੱਖਣ ਵਾਲੀਆਂ ਨੇ। ਸਾਡੀਆਂ ਅਜੇ ਵੀ ਜਿਹੜੀਆਂ ਪੁਰਾਣੀਆਂ ਮਾਵਾਂ ਨੇ, ਨਵੀਆਂ ਦੇ ਬਾਰੇ ਚਲੋ ਕਿਉਂਕਿ ਪੜ੍ਹਾਈ ਦਾ ਜ਼ੋਰ ਜ਼ਿਆਦਾ ਹੋ ਗਿਆ ਤੇ ਉਹ ਇਸ ਪਾਸੇ ਐਜੂਕੇਸ਼ਨ ਨੂੰ ਬਹੁਤ ਕੁਝ ਮੰਨਿਆ ਜਾਣ ਲੱਗ ਪਿਆ, ਤੇ ਉਹ ਜਿਹੜੀਆਂ ਪੁਰਾਣੀਆਂ ਮਾਵਾਂ ਸੀ ਉਹ ਅਜੇ ਵੀ ਉਹ ਇੱਦਾਂ ਤੁਸੀਂ ਉਹਨਾਂ ਦੇ ਲਾਗੇ ਜਾ ਕੇ ਬੈਠ ਜਾਓ ਤੇ ਜੇ ਉਹਨਾਂ ਨੇ ਕਿਤਾਬਾਂ ਨਹੀਂ ਪੜ੍ਹੀਆਂ ਪਰ ਉਹਨਾਂ ਨੇ ਇੱਦਾਂ ਦਾ ਜੀਵਨ ਬਹੁਤ ਪੜ੍ਹਿਆ ਵੀ ਕਿਸੇ ਦਾ ਬੱਚਾ ਲਾਗੇ ਲਾਉਣਾ ਕਿੱਦਾਂ ਹੈ, ਉਹਦੇ ਨਾਲ ਗੱਲਾਂ ਕਿੱਦਾਂ ਕਰਨੀਆਂ ਨੇ, ਉਹਨੂੰ ਬਿਠਾਉਣਾ ਕਿੱਦਾਂ ਹੈ। ਲੰਗਰ ਦੇ ਵਿੱਚ ਅਜੇ ਵੀ ਬਹੁਤ ਬੀਬੀਆਂ ਇੱਦਾਂ ਦੀਆਂ ਹੈ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਜੇ ਕੋਈ ਤੁਹਾਡੇ ਕੋਲ ਆ ਕੇ ਕੋਈ ਚੀਜ਼ ਮੰਗਦਾ ਹੈ ਤੇ ਉਹਨੂੰ ਉਹ ਚੀਜ਼ ਫੜਾਉਣੀ ਕਿੱਦਾਂ ਹੈ। ਲੰਗਰ ਕਿੱਡੇ ਕਮਾਲ ਦਾ ਹੋਵੇ, ਮੈਂ ਕਹਿੰਦਾ ਵੀ ਤੁਸੀਂ ਘਿਓ ਵਰਤਾ ਰਹੇ ਹੋਵੋ ਤੇ ਵਰਤਾਉਣ ਵਾਲਾ ਜਿਹੜਾ ਹੈ ਉਹ ਖਪਿਆ ਪਿਆ ਹੋਵੇ ਤੇ ਫਿਰ ਲੈਣ ਵਾਲੇ ਕੀ ਸੋਚਣਗੇ, ਕੋਈ ਘਿਓ ਦਾ ਥੋੜ੍ਹਾ ਭੁੱਖਾ ਬੈਠਾ। ਗੱਲ ਤੇ ਇੱਦਾਂ ਦੀ ਹੈ ਵੀ ਇੱਕ ਤੇ ਡਾਈਟ ਕਮਾਲ ਦੀ ਹੈ, ਦੂਜਾ ਇਹ ਪਾਸੇ ਵੀ ਵਰਤਾਉਣ ਵਾਲੇ ਕਿੱਦਾਂ ਦੇ ਨੇ। ਹੁਣ ਭਾਈ ਗੁਰਦਾਸ ਸਾਹਿਬ ਨੇ ਉਸ ਸਿੱਖ ਦੇ ਜੀਵਨ ਦੇ ਬਾਰੇ ਬੋਲਿਆ ਹੈ। ਕਹਿੰਦੇ ਇੱਕ ਤੇ ਮਹਾਰਾਜ ਦਾ ਸਿੱਖ ਹੈ ਦੇਵਤਾ ਹੈ, ਇਹਦਾ ਸੁਭਾਅ ਦੇਵਤਿਆਂ ਵਾਲਾ ਹੈ। ਦੂਜੇ ਨੰਬਰ ਦੇ ਉੱਤੇ ਮਹਾਰਾਜ ਦੇ ਲੰਗਰ ਦੀ ਸੇਵਾ ਕਰਦਾ ਹੈ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਵੀ ਇਹ ਅਸਲ ਦੇ ਵਿੱਚ ਹੈ ਸੀ ਬ੍ਰਾਹਮਣ। ਤੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਬਾਰੇ ਇਹਨੂੰ ਦੱਸ ਪਈ, ਗੁਰੂ ਨਾਨਕ ਸਾਹਿਬ ਦੇ ਬਾਰੇ ਦੱਸ ਪਈ, ਤੇ ਆ ਗਿਆ ਖਡੂਰ ਸਾਹਿਬ ਦੇ ਵਿੱਚ। ਜਦੋਂ ਇਹਨੇ ਖਡੂਰ ਸਾਹਿਬ ਦੇ ਵਿੱਚ ਵੇਖਿਆ ਵੀ ਲੰਗਰ ਬੜੇ ਕਮਾਲ ਦਾ ਸੀ, ਤੇ ਹੈ ਗੱਲ ਇੱਦਾਂ ਦੀ ਸੀ ਕਿ ਮਹਾਰਾਜ ਦੇ ਕੋਲ ਆਇਆ ਸੀ ਸਿੱਖਣ ਦੇ ਲਈ। ਇਹ ਜਸਟ ਇੱਦਾਂ ਨਹੀਂ ਸੀ ਆਇਆ ਵੀ ਬਸ ਵੇਖਣਾ ਹੀ ਆ ਵੀ ਉੱਥੇ ਕੀ ਮੌਜ ਮੇਲੇ ਚੱਲਦੇ ਨੇ, ਸਿੱਖਣ ਆਇਆ ਸੀ ਗੁਰਮਤਿ ਉੱਥੋਂ। ਮਹਾਰਾਜ ਦੇ ਦਰਬਾਰ ਦੇ ਵਿੱਚ ਆ ਕੇ ਸ਼ਬਦ ਸੁਣਿਆ, ਕੁਝ ਗੱਲਾਂ ਦਾ ਅਸਰ ਹੋ ਗਿਆ ਵੀ ਨਹੀਂ ਆਪਾਂ ਜ਼ਿੰਦਗੀ ਹੋਰ ਹੀ ਪਾਸੇ ਲਈ ਫਿਰਦੇ ਹਾਂ, ਜ਼ਿੰਦਗੀ ਨੂੰ ਪ੍ਰੈਕਟੀਕਲ 'ਚ ਲੈ ਕੇ ਆਈਏ। ਹੈ ਸੀ ਬ੍ਰਾਹਮਣ। ਇਹਨੇ ਕੀ ਕੀਤਾ ਕਿ ਮਨ ਦੇ ਵਿੱਚੋਂ ਕੁਝ ਗੱਲਾਂ ਕਦੀ ਜਾਂਦੀਆਂ ਨਹੀਂ ਹੁੰਦੀਆਂ। ਅਸੀਂ ਜ਼ਬਾਨੀ ਕਲਾਮੀ ਕਹਿ ਦਿੰਦੇ ਹਾਂ ਵੀ ਮੈਂ ਬੜਾ ਨਿਮਰ ਹਾਂ, ਮੈਂ ਬੜਾ ਨੀਵਾਂ ਹਾਂ, ਅਸਲ ਦੇ ਵਿੱਚ ਗੱਲਾਂ ਜਾਂਦੀਆਂ ਨਹੀਂ ਹੁੰਦੀਆਂ ਬੰਦੇ ਦੇ ਅੰਦਰੋਂ। ਪਰ ਇਹਨੇ ਕੀ ਸੋਚਿਆ ਵੀ ਇਹ ਗੱਲਾਂ ਮੈਂ ਆਪਣੇ ਦਿਮਾਗ ਦੇ ਵਿੱਚੋਂ ਕੱਢਣੀਆਂ ਨੇ, ਵੀ ਮੇਰੇ ਮਨ ਦੇ ਵਿੱਚ ਇਹ ਗੱਲ ਰਵੇ ਹੀ ਨਾ ਵੀ ਤੂੰ ਉੱਚੀ ਜਾਤ ਵਾਲਾ ਹੈ ਤੇ ਬਾਕੀ ਨੀਵੇਂ ਨੇ, ਕਿਉਂਕਿ ਜਿਨ੍ਹਾਂ ਦੇ ਮਨ 'ਚ ਇਹ ਗੱਲ ਵੜੀ ਹੈ ਬਹੁਤ ਔਖੀ ਨਿਕਲਦੀ ਹੈ ਉਹਨਾਂ ਦੇ ਵਿੱਚੋਂ। ਇਹਨੇ ਕੀ ਕੀਤਾ, ਇਹਨੇ ਮਾਤਾ ਖੀਵੀ ਜੀ ਦੇ ਨਾਲ ਮਿਲ ਕੇ ਤੇ ਲੰਗਰ ਦਾ ਪ੍ਰਬੰਧ ਸੰਭਾਲ ਲਿਆ। ਹਿਸਾਬ ਕਿਤਾਬ ਵੀ ਰੱਖਦੇ ਨੇ
ਵੀ ਕਿਹੜੀ ਰਸਦ ਕਿੱਥੋਂ ਆ ਰਹੀ ਹੈ, ਮਾਇਆ ਕਿਸ ਪਾਸੇ ਤੋਂ ਆ ਰਹੀ ਹੈ। ਜਿਸ ਵੀ ਰੂਪ ਦੇ ਵਿੱਚ ਲੰਗਰ ਦੀ ਰਸਦ ਆਉਂਦੀ ਹੈ ਉਹਦਾ ਵੀ ਪ੍ਰਬੰਧ ਰੱਖਦੇ ਪਏ ਨੇ, ਲੰਗਰ ਵਰਤਾਉਂਦੇ ਵੀ ਨੇ। ਕੋਈ ਵੀ ਆ ਕੇ ਛਕਦਾ ਹੈ, ਪਹਿਲਾ ਧਿਆਨ ਇਹ ਆ ਵੀ ਉਹਨਾਂ ਨੂੰ ਛਕਾਉਣਾ ਹੈ ਜਿਹੜੇ ਆ ਕੇ ਛਕਣ ਵਾਲੇ ਨੇ। ਉਹਦੇ ਵਿੱਚ ਇੱਕ ਸੇਵਾ ਕਰਦਿਆਂ ਇੱਕ ਸਕੂਨ ਹੁੰਦਾ ਹੈ। ਜੇਕਰ ਅਸੀਂ ਕਦੀ ਇਸ ਚੀਜ਼ ਨੂੰ ਮਹਿਸੂਸ ਕੀਤਾ ਹੋਵੇ, ਬਹੁਤੀ ਵਾਰ ਬੰਦੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਆਪ ਭੁੱਖ ਘੱਟ ਲੱਗਦੀ ਹੈ, ਕਿਸੇ ਵੇਲੇ ਲੱਗ ਵੀ ਜਾਂਦੀ ਹੈ, ਇਹ ਨਹੀਂ ਵੀ ਨਹੀਂ ਲੱਗਦੀ, ਪਰ ਇੱਕ ਸਕੂਨ ਹੁੰਦਾ ਜਿਹੜੀ ਸੇਵਾ ਰਜਾ ਰਹੀ ਹੁੰਦੀ ਹੈ ਬੰਦੇ ਨੂੰ ਅੰਦਰੋਂ। ਉਹ ਜ਼ਿਆਦਾ ਧਿਆਨ ਇਸ ਪਾਸੇ ਦੇ ਵੱਲ ਹੋ ਗਿਆ ਵੀ ਸੇਵਾ ਕਰਨੀ ਹੈ, ਸੇਵਾ ਕਰਦਿਆਂ ਕਿਸੇ ਵੇਲੇ ਪ੍ਰਸ਼ਾਦਾ ਛਕਣ ਦਾ ਆਪ ਵੀ ਬਹੁਤਾ ਧਿਆਨ ਨਾ ਰੱਖਣਾ ਵੀ ਮੈਂ ਛਕਣਾ ਹੈ। ਔਰ ਇਹ ਵੀ ਹਵਾਲੇ ਨੇ, ਸ਼ਾਇਦ ਸਾਨੂੰ ਅੱਜ ਸੁਣਨ ਲਈ ਵੱਖਰਾ ਜਿਹਾ ਲੱਗੇਗਾ, ਪਰ ਉਹ ਕਹਿੰਦੇ ਨੇ ਕਿ ਕਿਸੇ ਨੇ ਇਹਨਾਂ ਨੂੰ ਵੇਖਿਆ ਹੀ ਨਹੀਂ ਸੀ ਵੀ ਇਹ ਪ੍ਰਸ਼ਾਦਾ ਛਕਦੇ ਕਿੱਥੋਂ ਨੇ, ਕਦੀ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਿਆ ਹੀ ਨਹੀਂ ਸੀ ਇਹਨਾਂ ਨੇ। ਤੇ ਉਹ ਜਦੋਂ ਹੌਲੀ ਹੌਲੀ ਗੱਲ, ਕਿਉਂਕਿ ਸਾਰੇ ਜਾਣੇ ਧਿਆਨ ਵੀ ਰੱਖਦੇ ਹੁੰਦੇ ਵੀ ਕਿਹੜਾ ਬੰਦਾ ਸੰਗਤ 'ਚ ਕੀ ਕਰਦਾ ਪਿਆ, ਕਿਹੜਾ ਕੀ ਕਰਦਾ ਪਿਆ। ਸੰਗਤ ਨੇ ਜਦੋਂ ਵੇਖਿਆ ਤੇ ਉਹਨਾਂ ਨੇ ਜਾ ਕੇ ਮਾਤਾ ਖੀਵੀ ਜੀ ਨੂੰ ਦੱਸਤਾ ਵੀ ਭਾਈ ਜੋਧ ਕਦੀ ਵੇਖਿਆ ਨਹੀਂ ਇਹਨੂੰ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਦੇ ਨੂੰ। ਤੇ ਮਾਤਾ ਜੀ ਨੇ ਵੇਖ ਲਿਆ ਵੀ ਜੇ ਪੰਗਤ ਦੇ ਵਿੱਚ ਬਹਿ ਕੇ ਨਹੀਂ ਛਕਦੇ ਤਾਂ ਫਿਰ ਕਿੱਦਾਂ ਛਕਦੇ ਹੋਣਗੇ। ਉਹ ਕਹਿੰਦੇ ਕਿ ਇਹਨਾਂ ਨੇ ਕੀ ਕਰਨਾ, ਜਿਹੜੇ ਸੰਗਤ ਦੇ ਜੂਠੇ ਬਰਤਨ ਹੁੰਦੇ ਸੀ, ਜਿਹੜੇ ਪੱਤਲ ਹੁੰਦੇ ਸੀ, ਉਹ ਇੱਕ ਥਾਂ ਦੇ ਉੱਤੇ ਰੱਖੇ ਹੋਣੇ ਤੇ ਉਹਨਾਂ ਦੀ ਕਿਤੇ ਸਫਾਈ ਕਰਨੀ ਤੇ ਉਹਦੇ ਵਿੱਚੋਂ ਥੋੜ੍ਹਾ ਬਹੁਤਾ ਚੁੱਕ ਕੇ ਤੇ ਖਾ ਲੈਣਾ। ਸੁਣਨ ਨੂੰ ਥੋੜ੍ਹਾ ਜਿਹਾ ਵੱਖਰਾ ਲੱਗ ਸਕਦਾ ਹੈ, ਪਰ ਇਹਨੂੰ ਸੁਣ ਲਿਓ ਪਹਿਲਾਂ। ਉਹਨਾਂ ਨੇ ਕੀ ਕਰਨਾ ਵੀ ਥੋੜ੍ਹਾ ਬਹੁਤਾ ਜੂਠਾ ਜਿਹੜਾ ਸੀ ਨਾ ਉਹਦੇ ਵਿੱਚੋਂ ਛਕ ਕੇ ਤੇ ਜਿੰਨੀ ਕੁ ਲੋੜ ਹੋਣੀ ਉਹਨਾਂ ਕੁ ਛਕ ਕੇ ਤੇ ਬਸ, ਕਿਉਂਕਿ ਸੇਵਾ ਦਾ ਆਪਣਾ ਇੱਕ ਰਜਾ ਹੁੰਦਾ ਹੈ, ਸੇਵਾ ਰਜਾਉਂਦੀ ਹੈ, ਥੋੜ੍ਹਾ ਬਹੁਤਾ ਛਕ ਲੈਣਾ ਤੇ ਬਸ ਇੱਦਾਂ ਹੀ ਗੁਜ਼ਾਰਾ ਕਰੀ ਜਾਣਾ। ਮਾਤਾ ਖੀਵੀ ਜੀ ਨੇ ਪਹਿਲਾਂ ਤੇ ਇਕੱਲਿਆਂ ਨੇ ਸਮਝਾਇਆ ਵੀ ਨਹੀਂ ਭਾਈ ਠੀਕ ਹੈ, ਸੇਵਾ ਕਰਨੀ ਚੰਗੀ ਗੱਲ ਹੈ, ਨਿਮਰ ਹੋ ਕੇ ਸੇਵਾ ਕਰੋ, ਪਰ ਇਹ ਗੱਲ ਬਹੁਤੀ ਵਧੀਆ ਨਹੀਂ ਲੱਗਦੀ ਵੀ ਤੁਸੀਂ ਕਿਸੇ ਦਾ ਜੂਠਾ ਜਿਹੜਾ ਹੈ ਉਹ ਚੁੱਕ ਕੇ ਖਾਂਦੇ ਫਿਰੋ, ਉਹ ਸੋਹਣਾ ਵੀ ਨਹੀਂ ਲੱਗਦਾ। ਉਹਨਾਂ ਨੇ ਫਿਰ ਬਾਬਾ ਬੁੱਢਾ ਸਾਹਿਬ ਦੇ ਨਾਲ ਗੱਲ ਕੀਤੀ। ਬਾਬਾ ਬੁੱਢਾ ਸਾਹਿਬ ਨੇ ਵੀ ਸਮਝਾਇਆ ਵੀ ਚਲੋ ਕੋਈ ਗੱਲ ਨਹੀਂ, ਇਹ ਨਹੀਂ ਇੱਦਾਂ ਕਰਨਾ ਚਾਹੀਦਾ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਵੀ ਭਾਈ ਜੋਧ ਜਿਹੜੇ ਨੇ ਉਹ ਲਗਭਗ ਇਹੋ ਹੀ ਰਿਪੀਟ ਕਰਦੇ ਰਹੇ ਵੀ ਨਹੀਂ ਇਹ ਮੈਂ ਕਰਨਾ ਹੈ। ਉਹ ਗੱਲ ਚੱਲ ਗਈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਵੀ ਸੱਚੇ ਪਾਤਸ਼ਾਹ ਵੀ ਸੇਵਾ ਤੇ ਬੜੀ ਕਰਦਾ ਹੈ ਭਾਈ ਜੋਧ, ਪਰ ਇਹ ਜਿਹੜਾ ਹੈ ਇਹ ਪ੍ਰਸ਼ਾਦਾ ਇੱਦਾਂ ਛਕਦਾ ਹੈ, ਉਹ ਸਾਨੂੰ ਵੇਖ ਕੇ ਥੋੜ੍ਹਾ ਜਿਹਾ ਹੁਣ ਸੁਣਨ ਵਾਲਿਆਂ ਨੂੰ ਵੀ ਵੱਖਰਾ ਜਿਹਾ ਲੱਗਦਾ ਤੇ ਜਿਨ੍ਹਾਂ ਦੇ ਸਾਹਮਣੇ ਹੁੰਦਾ ਹੋ ਰਿਹਾ ਹੋਗਾ ਉਹ ਕੀ ਸੋਚਦੇ ਹੋਣਗੇ ਨਾ। ਉਹ ਕਹਿੰਦੇ ਮਹਾਰਾਜ ਸਾਨੂੰ ਨਾ ਵੱਖਰਾ ਜਿਹਾ ਲੱਗਦਾ ਵੀ ਇੱਦਾਂ ਹੋਣਾ ਨਹੀਂ ਚਾਹੀਦਾ। ਉਹ ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਣ ਗਏ ਤੇ ਭਾਈ ਜੋਧ ਪ੍ਰਸ਼ਾਦਾ ਵਰਤਾ ਰਿਹਾ ਸੀ। ਸੱਚੇ ਪਾਤਸ਼ਾਹ ਨੇ ਲਾਗੇ ਬਿਠਾ ਲਿਆ, ਮਹਾਰਾਜ ਨੇ ਸੱਜੇ ਪਾਸੇ ਬਿਠਾਇਆ। ਵੈਸੇ ਇਹ ਵੀ ਫਰਕ ਹੁੰਦਾ ਹੈ, ਹੁਣ ਤੇ ਚਲੋ ਸਾਡੇ ਬੈੱਡ ਸਿਸਟਮ ਆ ਗਏ ਨੇ, ਜਦੋਂ ਅਸੀਂ ਪੁਰਾਣੇ ਮੰਜਿਆਂ ਦੇ ਉੱਤੇ ਹੁੰਦੇ ਸੀ ਤੇ ਪੈਂਦ ਵਾਲਾ ਪਾਸਾ ਤੇ ਸਿਰ ਵਾਲਾ ਪਾਸਾ ਹੁੰਦਾ ਸੀ। ਪਤਾ ਹੁੰਦਾ ਵੀ ਜਿਹੜੇ ਪਾਸੇ ਨੂੰ ਸਿਰ ਵਾਲੇ ਪਾਸੇ ਬਿਠਾਉਂਦੇ ਆ ਉਹ ਬੰਦੇ ਨੂੰ ਅਸੀਂ ਆਪਣੇ ਤੋਂ ਵੱਧ ਰਿਸਪੈਕਟ ਦਿੰਦੇ ਹਾਂ, ਤੇ ਜਿਹੜਾ ਪੈਂਦ ਵੱਲ ਬਿਠਾਉਂਦੇ ਆ ਉਹਨੂੰ ਥੋੜ੍ਹੀ ਜਿਹੀ ਘੱਟ ਰਿਸਪੈਕਟ ਹੁੰਦੀ ਹੈ। ਉਹ ਅੱਜ ਸੁਣਨ ਨੂੰ ਵੱਖਰੀਆਂ ਜਿਹੀਆਂ ਗੱਲਾਂ ਲੱਗਦੀਆਂ ਨੇ, ਪਰ ਇਹ ਹੁੰਦਾ ਰਿਹਾ। ਮਹਾਰਾਜ ਨੇ ਉਹਨੂੰ ਸੱਜੇ ਪਾਸੇ ਬਿਠਾਇਆ ਆਪਣੇ ਨਾਲ ਤੇ ਪੁੱਛਿਆ ਵੀ ਭਾਈ ਜੀ ਪ੍ਰਸ਼ਾਦਾ ਕਿੱਥੋਂ ਛਕਦੇ ਜੇ? ਹੁਣ ਦੱਸਦਾ ਵੀ ਮਹਾਰਾਜ ਬਸ ਜੋ ਮਿਲ ਜਾਂਦੀ ਹੈ ਪੰਛੀਆਂ ਦੇ ਵਾਂਗੂ, ਥੋੜ੍ਹੀ ਬਹੁਤੀ ਚੋਗ ਉੱਥੋਂ ਚੁਗ ਲਈਦੀ ਹੈ ਤੇ ਬਾਕੀ ਕਦੀ ਇੰਨੀ ਜ਼ਿਆਦਾ ਭੁੱਖ ਹੈ ਹੀ ਨਹੀਂ ਹੈ ਵੀ ਅਸੀਂ ਕਹੀਏ ਵੀ ਇਹਦੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਜਿੰਨੀ ਕੁ ਲੋੜ ਹੁੰਦੀ ਥੋੜ੍ਹਾ ਬਹੁਤਾ ਛਕ ਲਈਦਾ। ਮਹਾਰਾਜ ਨੇ ਦੋ ਗੱਲਾਂ ਸਮਝਾਈਆਂ ਉੱਥੇ। ਸਤਿਗੁਰੂ ਕਹਿੰਦੇ ਭਾਈ ਨਿਮਰਤਾ ਹੋਣੀ ਚਾਹੀਦੀ ਹੈ, ਹੀਣਤਾ ਨਹੀਂ ਹੋਣੀ ਚਾਹੀਦੀ। ਨਿਮਰ ਹੋਵੋ ਬੜੀ ਵਧੀਆ ਗੱਲ ਹੈ, ਪਰ ਹੀਣ ਭਾਵਨਾ ਦੇ ਵਿੱਚ ਨਾ ਜੀਓ। ਸੱਚੇ ਪਾਤਸ਼ਾਹ ਨੇ ਪੁੱਛਿਆ ਵੀ ਕਿਉਂ ਇੱਦਾਂ ਕਰਦੇ ਜੇ, ਵੀ ਕਿਉਂ ਤੁਸੀਂ ਜੂਠਿਆਂ ਦੇ ਵਿੱਚੋਂ ਥਾਲਿਆਂ ਦੇ ਵਿੱਚੋਂ ਜਾ ਕੇ ਪਤਲਾਂ 'ਚੋਂ ਹੱਥ ਮਾਰ ਕੇ ਤੇ ਪ੍ਰਸ਼ਾਦਾ ਚੁਗਦੇ ਜੇ? ਕਹਿੰਦੇ ਸੱਚੇ ਪਾਤਸ਼ਾਹ ਮੈਂ ਨਾ ਬ੍ਰਾਹਮਣ। ਮਹਾਰਾਜ ਨੂੰ ਵੀ ਪਤਾ ਸੀ। ਤੇ ਇੱਕ ਨਾ ਅੰਦਰ ਦਿਮਾਗ ਦੇ ਵਿੱਚ ਗੱਲ ਵਾਰ-ਵਾਰ ਘੁੰਮਦੀ ਆ ਵੀ ਮੈਂ, ਕਿਉਂਕਿ ਮੇਰਾ ਬ੍ਰਾਹਮਣਾਂ ਦੇ ਵਿੱਚ ਵੀ ਅੱਗੇ ਉੱਚੀ ਕੁਲ ਹੈ ਤੇ ਬ੍ਰਾਹਮਣਾਂ ਦੇ ਵਿੱਚ ਵੀ ਮੈਂ ਸ੍ਰੇਸ਼ਟ ਹਾਂ। ਤੇ ਉਹ ਮਨ ਦੇ ਵਿੱਚ ਇੱਕ ਗੱਲ ਕਿਤੇ ਨਾ ਕਿਤੇ ਆ ਕੇ ਵੜ ਜਾਂਦੀ ਆ ਵੀ ਮੈਂ ਬ੍ਰਾਹਮਣ ਕੁਲ ਦੇ ਵਿੱਚ ਜੰਮਿਆ ਹਾਂ ਤੇ ਮੈਂ ਸਾਰੀ ਜ਼ਿੰਦਗੀ ਪੜ੍ਹਿਆ ਹੀ ਹੈ ਵੀ ਇਹ ਮੇਰੇ ਤੋਂ ਨੀਵੇਂ ਨੇ, ਤੇ ਮੈਂ ਨਹੀਂ ਚਾਹੁੰਦਾ ਵੀ ਸੱਚੇ ਪਾਤਸ਼ਾਹ ਆਇਆ ਤੇ ਮੈਂ ਤੁਹਾਡੇ ਘਰ 'ਚੋਂ ਸਿੱਖੀ ਸਿੱਖਣਾ ਹਾਂ ਤੇ ਮੈਂ ਉਹੀ ਚੀਜ਼ ਲੈ ਕੇ ਫਿਰ ਮੁੜ ਜਾਵਾਂ ਵੀ ਇਹ ਸਾਰੇ ਮੇਰੇ ਤੋਂ ਨੀਵੇਂ ਨੇ ਤੇ ਮੈਂ ਇਹਨਾਂ ਤੋਂ ਉੱਚਾ ਹਾਂ। ਮੈਂ ਆਪਣੇ ਅੰਦਰੋਂ ਉਹ ਚੀਜ਼ ਕੱਢਣੀ ਚਾਹੁੰਦਾ ਹਾਂ ਵੀ ਜਿਨ੍ਹਾਂ ਨੂੰ ਮੈਂ ਨੀਵਾਂ ਸਮਝਦਾ ਹਾਂ ਨਾ, ਮੈਂ ਉਹਨਾਂ ਦੇ ਹੱਥੋਂ ਲੈ ਕੇ ਤੇ ਉਹਨਾਂ ਦਾ ਜੂਠਾ ਵੀ ਛਕ ਸਕਦਾ ਹਾਂ। ਅੰਦਰੋਂ ਮੈਂ ਇਹ ਚੀਜ਼ ਕੱਢਣੀ ਚਾਹੁੰਦਾ ਹਾਂ। ਉਹਦਾ ਆਪਣਾ ਤਰੀਕਾ ਸੀ ਪ੍ਰੈਕਟੀਕਲ ਕਰਨ ਦਾ। ਮਹਾਰਾਜ ਮੈਂ ਇਸ ਕਰਕੇ ਇਹ ਜਿਹੜਾ ਹੈ ਉਹ ਜੂਠ ਛਕਦਾ ਪਿਆ ਹਾਂ। ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਭਾਈ ਨਿਮਰਤਾ ਹੋਵੇ, ਲੰਗਰ ਵਰਤਾਓ ਨਿਮਰਤਾ ਦੇ ਨਾਲ ਵਰਤਾਓ, ਸੇਵਾ ਕਰੋ ਨਿਮਰਤਾ ਦੇ ਨਾਲ ਵਰਤਾਓ, ਪਰ ਇੱਦਾਂ ਨਾ ਹੋਵੇ ਵੀ ਇੰਨੇ ਜ਼ਿਆਦਾ ਆਪਣੇ ਆਪ ਨੂੰ ਨੀਵੇਂ ਮੰਨ ਲਵੋ ਤੁਸੀਂ
ਇੰਨੇ ਜ਼ਿਆਦਾ ਵੀ ਤੁਹਾਨੂੰ ਲੱਗੇ ਵੀ ਬਸ ਜਿੱਦਾਂ ਆਪਾਂ ਕਹਿ ਲਈਏ ਵੀ ਹੀਣ ਭਾਵਨਾ ਆ ਗਈ ਵੀ ਨਹੀਂ, ਆਪਣੇ ਆਪ ਨੂੰ ਕੁਝ ਸਮਝਣਾ ਹੀ ਨਹੀਂ। ਵੇਖਣ ਨੂੰ ਇਹ ਸ਼ਬਦ ਈਗੋ ਵਾਲੇ ਪਾਸੇ ਤੋਂ ਲੱਗਦਾ ਹੈ। ਮਹਾਰਾਜ ਦੀ ਬਾਣੀ ਇੱਦਾਂ ਕਹਿ ਲਓ ਵੀ ਨਿਮਰਤਾ ਸਿਖਾਉਂਦੀ ਹੈ, ਪਰ ਹੀਣਤਾ ਵੀ ਨਹੀਂ ਸਿਖਾਉਂਦੀ ਵੀ ਬਸ ਅਸੀਂ ਡਿੱਗ ਹੀ ਪਏ। ਸਾਡਾ ਹੀਣਤਾ ਨੇ ਵੀ ਬੜਾ ਨੁਕਸਾਨ ਕੀਤਾ। ਇੱਕ ਤੇ ਉਹ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਕੁਝ ਮੰਨਦੇ ਨੇ, ਇੱਕ ਉਹ ਜਿਹੜੇ ਕਹਿੰਦੇ ਵੀ ਸਾਡੇ ਕੋਲੋਂ ਕਿਹੜਾ ਕੁਝ ਹੋਣਾ, ਇੱਕ ਉਹ ਵੀ ਲੋਕ ਹੈ ਨੇ। ਸਤਿਗੁਰੂ ਨੇ ਫਿਰ ਗੱਲ ਕਹੀ, ਮਹਾਰਾਜ ਨੇ ਲਾਗੇ ਬਿਠਾਇਆ, ਪ੍ਰਸ਼ਾਦਾ ਛਕਾਇਆ, ਤੇ ਮਹਾਰਾਜ ਨੇ ਕਹਿੰਦੇ ਵੀ ਗਲ ਦੇ ਵਿੱਚ ਲਿਆ ਬਸ ਭਾਈ ਜੋਧ ਨੂੰ। ਤੇ ਭਾਈ ਜੋਧ ਨੂੰ ਜਦੋਂ ਗਲ ਦੇ ਵਿੱਚ ਲੈ ਕੇ ਮਹਾਰਾਜ ਨੇ ਗੱਲ ਬੋਲੀ, ਕਹਿੰਦੇ ਭਾਈ ਜਿੰਨਾ ਚਿਰ ਤੁਹਾਡੇ ਅੰਦਰ ਜਾਤ ਦਾ ਅਭਿਮਾਨ ਬੋਲਦਾ ਸੀ ਵੀ ਤੁਸੀਂ ਕੁਝ ਆਪਣੇ ਆਪ ਨੂੰ ਵੱਖਰੇ ਮੰਨਦੇ ਸੀ, ਤੁਸੀਂ ਉਦੋਂ ਤੱਕ ਇਹ ਕੰਮ ਕਰ ਲਿਆ ਹੈ। ਅੱਜ ਤੋਂ ਤੁਹਾਡੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸਦਾ ਪਿਆ ਹੈ। ਤੁਹਾਡੀ ਦੇਹ ਜਿਹੜੀ ਹੈ ਨਾ, ਇਹ ਪਵਿੱਤਰ ਹੋ ਗਈ ਹੈ। ਇਹ ਸੇਵਾ ਕਰਕੇ ਦੇਹ ਉੱਚੀ ਹੋ ਗਈ ਹੈ। ਗੁਰਸਿੱਖਾਂ ਦੀ ਸੇਵਾ ਇਸ ਸਰੀਰ ਨੇ ਕੀਤੀ ਹੈ, ਇਹ ਸਰੀਰ ਪਵਿੱਤਰ ਹੋ ਗਿਆ ਹੈ। ਤੇ ਜਿਹੜੀ ਚੀਜ਼ ਇੱਕ ਵਾਰ ਪਵਿੱਤਰ ਹੋ ਜਾਵੇ ਨਾ, ਉਹਨੂੰ ਅਪਵਿੱਤਰ ਕਰਨ ਵਾਲਾ ਬੰਦਾ ਸਹੀ ਨਹੀਂ ਮੰਨਿਆ ਜਾਂਦਾ। ਤੁਹਾਡੇ ਸਰੀਰ ਦੇ ਅੰਦਰ ਭਾਈ ਗੁਰੂ ਨਾਨਕ ਦੇ ਸ਼ਬਦ ਦਾ ਵਾਸਾ ਹੈ, ਤੁਹਾਡੇ ਹੱਥਾਂ ਦੇ ਵਿੱਚ ਸੇਵਾ ਦਾ ਅਸਰ ਹੈ। ਇਸ ਸਰੀਰ ਨੂੰ, ਪਵਿੱਤਰ ਹੋਏ ਸਰੀਰ ਨੂੰ ਹੁਣ ਤੁਸੀਂ ਨੀਵਾਂ ਨਹੀਂ ਕਰਨਾ। ਇਸ ਕਰਕੇ ਤੁਸੀਂ ਹੁਣ ਤੋਂ ਸੰਗਤ ਦੇ ਵਿੱਚ ਬੈਠ ਕੇ ਤੇ ਪ੍ਰਸ਼ਾਦਾ ਛਕਿਆ ਕਰਨਾ। ਚਲੋ ਮਹਾਰਾਜ ਨੇ ਉਹ ਗੱਲ ਕੰਪਲੀਟ ਕਰਤੀ ਵੀ ਪ੍ਰਸ਼ਾਦਾ ਸੰਗਤ ਦੇ ਵਿੱਚ ਬੈਠ ਕੇ ਛਕੋ। 10ਵੇਂ 12ਵੇਂ ਦਿਨ ਕਹਿੰਦੇ ਸਿੱਖਾਂ ਨੇ ਪੁੱਛ ਲਿਆ, ਕਿਉਂਕਿ ਹਰ ਇੱਕ ਤਰੀਕੇ ਦੇ ਸਿੱਖ ਹੁੰਦੇ ਨੇ ਨਾ, ਉਹ ਮਹਾਰਾਜ ਉਹਨਾਂ ਨੂੰ ਸਿੱਖਾਂ ਨੇ ਪੁੱਛ ਲਿਆ ਵੀ ਕੀ ਗੱਲ, ਹੁਣ ਨਹੀਂ ਝੂਠੇ ਪ੍ਰਸ਼ਾਦੇ ਛਕਦੇ, ਹੁਣ ਨਹੀਂ ਪਤਲਾਂ 'ਚੋਂ ਛਕਦੇ? ਤੋ ਕਹਿੰਦੇ ਵੀ ਜਿੰਨਾ ਚਿਰ ਤੇ ਇਸ ਸਰੀਰ ਦੇ ਵਿੱਚ ਜਾਤ ਅਭਿਮਾਨ ਵੱਸਦਾ ਸੀ, ਉਹਨਾਂ ਚਿਰ ਤੇ ਮੈਂ ਝੂਠਾ ਹੀ ਖਾਦਾ ਵੀ ਇਹ ਨਿਕਲ ਜਾਵੇ। ਹੁਣ ਅੰਦਰੋਂ ਨਿਕਲ ਗਿਆ, ਇੱਥੇ ਨਾਮ ਵੱਸਦਾ ਪਿਆ ਹੈ। ਇਸ ਕਰਕੇ ਨਾਮ ਵਸਣ ਵਾਲੇ ਸਰੀਰ ਦੇ ਵਿੱਚ ਝੂਠੀ ਚੀਜ਼ ਪਾਵਾਂ, ਉਹ ਗੱਲ ਚੰਗੀ ਨਹੀਂ ਲੱਗਦੀ। ਹੈ ਤਾਂ ਛੋਟੀ ਜੀ ਗੱਲ ਹੈ ਵੇਖਣ ਨੂੰ, ਪਰ ਸਿਰਫ ਇੰਨੀ ਕੁ ਸਮਝਣ ਵਾਲੀ ਗੱਲ ਹੈ ਵੀ ਆਪਣੇ ਹੀਣ ਭਾਵਨਾ ਦੇ ਵਿੱਚ ਵੀ ਨਹੀਂ ਜੀਣਾ, ਹੰਕਾਰ ਦੇ ਵਿੱਚ ਤੇ ਜੀਣ ਦੀ ਗੱਲ ਹੀ ਬੜੀ ਦੂਰ ਦੀ ਹੈ। ਦੂਸਰਾ ਪਾਸਾ, ਜੇ ਮੈਂ ਆਪਣੇ ਸਰੀਰ ਨੂੰ, ਗੁਰਬਾਣੀ ਇਹਨੂੰ ਕਹਿੰਦੀ ਹੈ ਕਿ ਅਸਲ ਦੇ ਵਿੱਚ ਹਰ ਮੰਦਰ ਇਹ ਸਰੀਰ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਬੋਲ ਹੈ, ਇਹ ਸਰੀਰ ਸਾਡਾ ਹਰੀ ਦਾ ਮੰਦਰ ਹੈ। ਤੇ ਜੇ ਮੈਂ ਇਹਨੂੰ ਮੰਦਰ ਮੰਨਦਾ ਹਾਂ ਤੇ ਬਾਹਰਲੇ ਮੰਦਰ ਦੀ ਮੈਂ ਇੰਨੀ ਕੇਅਰ ਕਰਦਾ ਹਾਂ ਵੀ ਗਲਤ ਚੀਜ਼ ਨਹੀਂ ਲੈ ਕੇ ਜਾਣੀ, ਤੇ ਜਿਹੜਾ ਸਰੀਰ ਹਰ ਮੰਦਰ ਹੈ ਇਹਦੇ ਵਿੱਚ ਮੈਂ ਗਲਤ ਚੀਜ਼ਾਂ ਕਿੱਦਾਂ ਲੈ ਕੇ ਜਾ ਸਕਦਾ, ਇਹ ਮੈਂ ਰੋਕਣਾ ਹੁੰਦਾ। ਮੈਂ ਕੋਈ ਵੀ ਚੀਜ਼ ਇੱਦਾਂ ਦੀ ਜਿਹੜੀ ਮੇਰੇ ਅੰਦਰ ਹੀਣਤਾ ਪੈਦਾ ਕਰੇ ਜਾਂ ਮੇਰੇ ਅੰਦਰ ਹੰਕਾਰ ਪੈਦਾ ਕਰੇ, ਇਹ ਚੀਜ਼ ਮੈਂ ਨਹੀਂ ਲੈ ਕੇ ਜਾਵਾਂਗਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਇੱਕ ਤੇ ਭਾਈ ਹੈ ਰਸੋਈਆ, ਲੰਗਰ ਦੀ ਸੇਵਾ ਕਰਦਾ ਹੈ, ਦੂਜੇ ਨੰਬਰ ਦੇ ਉੱਤੇ ਸੁਭਾਅ ਵਾਲੇ ਪਾਸੇ ਤੋਂ ਦੇਵਤਾ ਹੈ। ਦੇਵਤੇ ਸਰੀਰ ਕਰਕੇ ਨਹੀਂ, ਦੇਵਤੇ ਸੁਭਾਅ ਕਰਕੇ। ਜਿਹਨੂੰ ਮਹਾਰਾਜ ਵਾਕਿਆ ਕਹਿੰਦੇ ਨੇ ਨਾ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਉਸ ਦੇਵਤੇ ਦੀ ਵਿਆਖਿਆ ਇੱਥੇ ਬੋਲੀ ਆ ਭਾਈ ਗੁਰਦਾਸ ਸਾਹਿਬ ਨੇ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਇੱਦਾਂ ਦੇ ਦੇਵਤਿਆਂ ਦੇ ਜੀਵਨ ਵਾਲੇ ਸਿੱਖ ਵੀ ਰਹਿੰਦੇ ਨੇ। ਇੱਥੇ ਆਮ ਜੀ ਨੇਚਰ ਵਾਲੇ ਬੰਦੇ ਨੂੰ ਦੇਵਤਾ ਕਹਿ ਦਿੱਤਾ ਜਾਂਦਾ ਨਾ ਵੀ ਉਹ ਤੇ ਦੇਵਤਾ ਸੁਭਾਅ ਹੈ, ਤੇ ਜਿਹਨੂੰ ਭਾਈ ਗੁਰਦਾਸ ਸਾਹਿਬ ਦੇਵਤਾ ਬੋਲਦੇ ਪਏ, ਉਹਦੀ ਨੇਚਰ ਕਿੱਡੇ ਕਮਾਲ ਦੀ ਹੋਵੇਗੀ। ਇੱਕ ਤੇ ਇਹ ਵੀ ਇਸ ਪਾਸੇ ਤੋਂ ਸਿੱਖਣ ਦੀ ਲੋੜ ਹੈ, ਕਿਉਂਕਿ ਅਕਸਰ ਜਦੋਂ ਸਾਡੇ ਉੱਤੇ ਵਰਤਾਉਣ ਦੀ ਜ਼ਿੰਮੇਵਾਰੀ ਆਉਂਦੀ ਹੈ, ਬਹੁਤੀ ਵਾਰ ਸਾਡੇ ਬੰਦੇ ਖਿੱਚਦੇ ਨੇ, ਬਹੁਤੀ ਵਾਰ ਸਾਡੇ ਬੰਦਿਆਂ ਦਾ ਆਪਾ ਖੋਇਆ ਜਾਂਦਾ। ਉਹਨਾਂ ਨੂੰ ਲੱਗਦਾ ਵੀ ਹੁਣ ਮੇਰੇ ਹੱਥ ਗੱਲ ਆ ਗਈ ਹੈ ਤੇ ਮੈਂ ਹੀ ਸਾਰਾ ਕੁਝ ਕਰਦਾ ਪਿਆ। ਵੇਖ ਲਓ ਸਾਡੇ ਹਾਲਾਤ ਕੀ ਨੇ। ਬੜੇ ਪੇਸ਼ੈਂਸ ਦੇ ਨਾਲ ਵਰਤਾਉਣਾ ਵੀ ਹੁੰਦਾ ਹੈ। ਜੇ ਖਾਣਾ ਹੈ, ਛਕਣਾ ਹੈ, ਉਹਦੇ ਲਈ ਵੀ ਸਬਰ ਬੜਾ ਜ਼ਰੂਰੀ ਹੈ। ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ, ਭਾਈ ਜੋਧ ਰਸੋਈਆ ਦੇਵਤਾ, ਗੁਰ ਸੇਵਾ ਕਰ ਦੁੱਤਰ ਤਾਰੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਲੰਗਰ ਦੇ ਵਿੱਚ ਸੇਵਾ ਕਰਕੇ ਇਸ ਸੰਸਾਰ ਤੋਂ, ਔਖੇ ਧਰੇ ਜਾਣ ਵਾਲੇ ਸੰਸਾਰ ਤੋਂ ਉਹ ਪਾਰ ਹੋ ਗਿਆ ਹੈ। ਪੂਰਾ ਸਤਿਗੁਰ ਪੈਜ ਸਵਾਰੀ, ਪੂਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ, ਜਿਹੜੇ ਇਹ ਗੁਰਸਿੱਖ ਨੇ, ਇਹਨਾਂ ਤੋਂ ਉਤਲੇ ਗੁਰਸਿੱਖ ਨੇ, ਇਹਨਾਂ ਦੀ ਇੱਜ਼ਤ ਦਾ ਰਾਖਾ ਸਤਿਗੁਰੂ ਆਪ ਬਣਿਆ। ਸਤਿਗੁਰੂ ਨੇ ਇਹਨਾਂ ਨੂੰ ਮਾਣ ਬਖਸ਼ਿਆ। ਇਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ।